कौन तेरो भयो अलख अपार दियो अकुल कला है प्रभ सर्ब को धान जन नानक भगत दर तुल ब्रह्म समसर एक जी क्या बखाने हाँ के बल 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 सद बलिहार अतरण मंडन पर बंडन दांडे खंडन तेज प्रचंडन ज्योत मंडन पान प्रबंध ज्योत मंडन पान परबंग ज्योत मंडन पान परबंग सुख संता करणं दुर्मत दरणं किलबिक हरणं असरणं किलबिक हरणं असरणं किलबिक हरणं असरणं जय जय जग कारण श्रेष्ठ उबारण जय जय जग कारण श्रेष्ठ उबारण जय जग कारण श्रेष्ठ उबारण जय जय जग कारण श्रेष्ठ उबारण मामा प्रतापरण जय तेगं श्री जय तेगं हो आज तू ही जगबीर तू ही निशानी जीत की आज तू ही जगबीर तू ही निशानी जीत की आज तू ही जगबीर। पिछले कई दिनों तो लगातार पंजाब दी नहीं बल्कि पूरे भारत दी धरती दे हक्कां दी राखी वास्ते पंजाब हरियाणा बैरीयर उत्ते बैठ के दिल्ली दे दरिंदिਆਂ ਨੂੰ ਲਾਹਨਤਾਂ पा रहे सत्कारयोग पंजाबियों आओ आना जी कुछ बैनर लगे ने अपने आले दुआले पिछे भी लगे ने इन्हां उत्ते दो लाइनां लिखियां ने है ते लाइनां दो पर इन्हां दे अर्थ बड़े वड्डे ने पढ़ के ते विचार के देखो इसे ही धरती दी हिक तो इनकलाब उठदा है उदों इतिहास बदल जाता है जद पंजाब उठदा है। ये इतिहास गवाह है इन्हां लाइनां दे अंदर दम है। ये लाइनां तुहाडे इतिहास दीयां गवाह ने। जदों जदों भी देखो कदे चढ़ के आउंदे सन जरवाने उदों तक चढ़ के आउंदे रहे जदों पंजाबियां ने दर्रा खैबर बंद नहीं कर दिता होर किसी की हिम्मत नहीं पई। पंजाब उठिया बाहरों आउण वालियां दे दरवाजे बंद होए देश अंग्रेज़ां दा गुलाम होया पूरा भारत गुलाम है। पंजाब की धरती केवल बाकी है गोरियां दा गुलाम होया डोगरियां दी गदारी करके। जदों तक पंजाब गुलाम नहीं होया उदों तक भारत आज़ाद नहीं हो सकिया। जे पंजाब गुलाम ना हुंदा ते भारत माफ करियो शायद अज तक गुलाम हुंदा। जदों जदों भी कोई आज़ादी आई है तब्दीली आई है ते गुरमुखो ओदे विच पंजाब दी धरती दा नंबर अव्वल है।
ਇਹਨਾਂ ਲਾਈਨਾਂ ਦੇ ਅਰਥ ਬੜੇ ਵੱਡੇ ਨੇ। ਆਓ ਸਮਾਂ ਬੜਾ ਸੀਮਤ ਹੈ ਜੀ, ਕੇਵਲ ਦੋ ਚੀਜ਼ਾਂ ਢਾਡੀ ਕਲਾ ਰਾਹੀਂ ਆਪ ਜੀ ਦੀ ਨਜ਼ਰ ਕਰਕੇ ਅਸੀਂ ਖਿਮਾ ਮੰਗਣੀ ਹੈ। ਸਾਡੇ ਤੋਂ ਬਾਅਦ ਬਹੁਤ ਸਤਿਕਾਰਯੋਗ ਜਥੇਦਾਰ ਸਾਹਿਬ ਜੀ, ਉਹਨਾਂ ਦਾ ਜਥਾ ਵੀ ਬੈਠਾ ਹੈ। ਸਾਡੇ ਤੋਂ ਬਾਅਦ ਹੁਕਮ ਮੁਤਾਬਕ, ਪ੍ਰਬੰਧਕਾਂ ਦੇ ਹੁਕਮ ਮੁਤਾਬਕ ਉਹਨਾਂ ਨੇ ਵੀ ਤੁਹਾਡੇ ਰੂਬਰੂ ਹੋਣਾ ਹੈ। ਇਸ ਕਰਕੇ ਆਓ ਜਿੰਨੇ ਵੀ ਆਪ ਜੀ ਬੈਠੇ ਹੋ, ਜਿੰਨੇ ਵੀ ਆਪ ਜੀ ਖੜੇ ਹੋ, ਜਰਾ ਚੜ੍ਹਦੀ ਕਲਾ ਦੇ ਨਾਲ ਫਤਿਹ ਬੁਲਾਇਓ। ਸਾਡੇ ਤੋਂ ਪਹਿਲਾਂ ਬਾਬਾ ਗਰਜਾ ਸਿੰਘ ਬੋਤਾ ਸਿੰਘ ਦਾ ਜ਼ਿਕਰ ਇੱਥੇ ਹੋ ਰਿਹਾ ਸੀ। ਇਹ ਉਹ ਦੋ ਸਾਡੇ ਸੂਰਮੇ ਨੇ ਜੀ, ਇਹਨਾਂ ਨੇ ਫਤਿਹ ਬੁਲਾਈ ਸੀ ਤਰਨ ਤਾਰਨ ਸਾਹਿਬ ਦੇ ਨੇੜੇ, ਤੇ ਲਾਹੌਰ ਕੁਰਸੀ ਕੰਬ ਗਈ ਸੀ ਜ਼ਕਰੀਆ ਖਾਨ ਦੀ। ਤੇ ਅੱਜ ਤੁਸੀਂ ਬੈਠੇ ਹੋ ਸ਼ੰਭੂ ਬਾਰਡਰ ਤੇ, ਇੱਥੋਂ ਤੁਹਾਡੀ ਬੁਲਾਈ ਹੋਈ ਫਤਿਹ ਮੋਦੀ ਡਿਕਟੇਟਰ ਦੀ ਕੁਰਸੀ ਤੱਕ ਪਹੁੰਚਣੀ ਚਾਹੀਦੀ ਹੈ। ਇਸ ਕਰਕੇ ਆਓ, ਝੁਕਾਓ ਸੀ ਸਤਿਗੁਰੂ ਦੇ ਚਰਨਾਂ ਵਿੱਚ ਤੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਭਾਰਤ ਦੀ ਗੁਲਾਮੀ ਦਾ ਇਤਿਹਾਸ ਪੜ੍ਹਦੇ ਹਾਂ ਤੇ ਜਿਹੜੇ ਤਾਨਾਸ਼ਾਹ ਰਾਜੇ ਸਨ, ਉਹਨਾਂ ਨੂੰ ਡਿਕਟੇਟਰ ਵੀ ਕਿਹਾ ਜਾਂਦਾ, ਜਿਹੜੇ ਆਪਣੀ ਮਰਜ਼ੀ ਦੇ ਨਾਲ ਚਲਾਉਂਦੇ ਆ, ਉਹ ਡਿਕਟੇਟਰ ਬਾਹਰੋਂ ਚੜ ਕੇ ਆਉਂਦੇ ਸਨ। ਭਾਰਤ ਵਾਸੀਆਂ ਕੋ ਗਲਤੀ ਹੋ ਗਈ, ਆ ਜਿਹੜਾ ਇੱਕ ਉਹ ਗੰਜਾ ਜਿਹਾ ਅਮਿਤ ਸ਼ਾਹ ਤੇ ਦੂਜਾ ਫੇਕੂ ਨਰਿੰਦਰ ਮੋਦੀ, ਇਹਨਾਂ ਦੋ ਡਿਕਟੇਟਰਾਂ ਨੂੰ ਆਪ ਵੋਟਾਂ ਪਾ ਕੇ ਚੁਣ ਲਿਆ। ਪਹਿਲੇ ਤੇ ਬਾਹਰੋਂ ਆਉਂਦੇ ਸਨ, ਇਹਨਾਂ ਨੂੰ ਭਾਰਤ ਵਾਲਿਆਂ ਨੇ ਆਪ ਵੋਟਾਂ ਪਾ ਕੇ ਚੁਣ ਲਿਆ। ਤੇ ਇਹ ਸਾਡੇ ਗਲਤੀ ਦਾ ਖਮਿਆਜ਼ਾ ਹੈ ਕਿ ਅਸੀਂ ਰੋੜਾਂ ਉੱਤੇ ਬੈਠਣ ਲਈ ਮਜਬੂਰ ਹਾਂ। ਅਸੀਂ ਆ ਰੋੜਾਂ ਉੱਤੇ ਬੈਠਣ ਲਈ ਮਜਬੂਰ ਹਾਂ। ਸ਼ੌਕ ਨਹੀਂ ਕੋਈ ਸਾਡਾ ਆ ਰੋੜਾਂ ਉੱਤੇ ਬੈਠਣ ਨੂੰ, ਬੈਠੇ ਇੱਥੇ ਮੋਦੀਆ ਮਕਾਨ ਤੇਰੀ ਲਾਉਣ ਨੂੰ। ਇਹ ਕੋਈ ਸ਼ੌਕ ਨਹੀਂ ਹੈ ਸਾਡਾ ਇੱਥੇ ਬੈਠਣਾ, ਇਹ ਤੇਰਾ ਪਿੱਟ ਸਿਆਪਾ ਕਰਨ ਵਾਸਤੇ ਅਸੀਂ ਬੈਠੇ ਆ। ਨਹੀਂ ਤੇ ਪੰਜਾਬ ਦੇ ਕਿਸਾਨ ਕੋਲ ਕਿੱਥੇ ਟਾਈਮ ਹੈ, ਜਿੰਨੇ ਪੂਰੇ ਦੇਸ਼ ਦਾ ਢਿੱਡ ਭਰਨਾ ਹੈ, ਉਹਦੇ ਕੋਲ ਕਿੱਥੇ ਟਾਈਮ ਹੈ ਜੀ ਵਿਹਲਾ ਆ ਕੇ ਇੱਥੇ ਬੈਠੇ। ਮਜ਼ਦੂਰ ਕੋਲ ਕਿੱਥੇ ਟਾਈਮ ਹੈ, ਜਿਹੜਾ ਵਿਚਾਰਾ ਦਿਹਾੜੀ ਲਾਵੇ ਤੇ ਉਹਦੇ ਬੱਚਿਆਂ ਦੀ ਰੋਟੀ ਦਾ ਬੰਦੋਬਸਤ ਫੇਰ ਹੁੰਦਾ, ਉਹਦੇ ਕੋਲ ਕਿੱਥੇ ਟਾਈਮ ਹੈ। ਜੇਕਰ ਇੱਥੇ ਬੈਠਾ ਹੈ ਤੇ ਇਹਨਾਂ ਡਿਕਟੇਟਰਾਂ ਦੀ ਵਜ੍ਹਾ ਦੇ ਨਾਲ ਮਜ਼ਦੂਰ ਵੀ ਮੇਰਾ ਬੈਠਾ ਹੈ, ਕਿਸਾਨ ਵੀ ਮੇਰਾ ਬੈਠਾ ਹੈ। ਤੇ ਗੁਰਮੁਖੋ ਆਓ, ਜਦੋਂ ਆਪਾਂ ਤਾਰੀਖ ਪੜ੍ਹਦੇ ਹਾਂ, ਮੇਰਾ ਵੀਰ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਕਰ ਰਿਹਾ ਸੀ, ਜਦੋਂ ਪੰਜਾਬ ਦੀ ਧਰਤੀ ਤੇ ਪਹਿਲੀ ਵਾਰੀ ਲੋਕਾਂ ਦਾ ਰਾਜ ਕਾਇਮ ਹੋਇਆ, ਲੋਕਤੰਤਰ ਕਾਇਮ ਹੋਇਆ, ਸਿੱਖ ਰਾਜ ਕਾਇਮ ਹੋਇਆ, ਉਦੋਂ ਅੱਜ ਆਪਾਂ ਜ਼ਮੀਨਾਂ ਦੇ ਵਾਰਸ ਹਾਂ ਜੀ। ਇਹ ਜ਼ਮੀਨਾਂ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਅਡਾਨੀਆਂ ਤੇ ਅੰਬਾਨੀਆਂ ਦੇ ਵਡੇਰਿਆਂ ਕੋਲੋਂ ਖੋਹ ਕੇ ਦਿੱਤੀਆਂ ਸਨ। ਅੱਜ ਮੋਦੀ ਇਤਿਹਾਸ ਨੂੰ ਉਲਟਾ ਗੇੜਾ ਦੇ ਰਿਹਾ ਹੈ। ਜਿਨ੍ਹਾਂ ਦੇ ਵਡੇਰਿਆਂ ਕੋਲੋਂ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਖੋਹ ਕੇ ਸਾਨੂੰ ਦਿੱਤੀਆਂ, ਅੱਜ ਮੋਦੀ ਸਾਡੇ ਕੋਲੋਂ ਜ਼ਮੀਨਾਂ ਖੋਹ ਕੇ ਵਾਪਸ ਉਹਨਾਂ ਦੇ ਅਗਲੀਆਂ ਪੀੜ੍ਹੀਆਂ ਨੂੰ, ਅੰਬਾਨੀਆਂ ਤੇ ਅੰਡਾਨੀਆਂ ਨੂੰ ਦੇਣ ਜਾ ਰਿਹਾ। ਇਸ ਕਰਕੇ ਸਾਡੀ ਮਜਬੂਰੀ ਆ, ਅਸੀਂ ਤਾਂ ਇੱਥੇ ਬੈਠੇ ਹਾਂ। ਆਓ ਗੁਰਮੁਖੋ ਹਾਜ਼ਰੀਨ, ਸਤਿਕਾਰਯੋਗ ਆਗੂ ਸਾਹਿਬਾਨ ਵੀ ਪਹੁੰਚ ਗਏ, ਵਿਚਾਰਾਂ ਵੀ ਹੋਣੀਆਂ ਨੇ। ਆਓ ਇੱਥੇ ਤਰੱਕੀ ਦੀਆਂ, ਜਦੋਂ ਵੀ ਮਨ ਕੀ ਬਾਤ ਕਰਨ ਵਾਸਤੇ ਫੇਕੂ ਆਉਂਦਾ ਹੈ ਨਾ ਟੀਵੀ ਚੈਨਲ ਉੱਤੇ, ਉਦੋਂ ਤਰੱਕੀ ਦੀਆਂ ਬੜੀਆਂ ਗੱਲਾਂ ਕਰਦਾ ਹੈ। ਅਸੀਂ ਆਹ ਕਰ ਦਿੱਤਾ, ਅਸੀਂ ਆਹ ਕਰ ਦਿੱਤਾ, ਪਰ ਇਹਨਾਂ ਦੀਆਂ ਸਟੇਜਾਂ ਇੰਨੀਆਂ ਉੱਚੀਆਂ ਹੁੰਦੀਆਂ ਨੇ ਜੀ ਕਿ ਇੰਨੀਆਂ ਵੱਡੀਆਂ ਸਟੇਜਾਂ ਤੋਂ ਦੇਸ਼ ਦੀ ਧਰਤੀ ਨਹੀਂ ਦਿਖਦੀ। ਜੇਕਰ ਗਰਾਊਂਡ ਟਰੁੱਥ ਦੇਖਣਾ ਹੈ, ਜੇਕਰ ਸੱਚਾਈ ਦੇਖਣੀ ਹੈ, ਤੇ ਇਹਨਾਂ ਲੋਕਾਂ ਨੂੰ ਕਦੇ ਕਿਸਾਨ ਦੇ ਨਾਲ ਵੱਟਾਂ ਮਿੱਧ ਕੇ ਦੇਖਣ ਕਿਵੇਂ ਸੱਚਾਈ ਕੀ ਹੈ, ਕਦੇ ਮਜ਼ਦੂਰ ਦੇ ਨਾਲ ਦਿਹਾੜੀਆਂ ਕਰਕੇ ਦੇਖਣ ਸੱਚਾਈ ਕੀ ਹੈ। ਆਓ ਇਹਨਾਂ ਲੋਕਾਂ ਨੂੰ, ਫੇਕੂ ਲੋਕਾਂ ਨੂੰ, ਝੂਠੇ ਲੋਕਾਂ ਨੂੰ ਲਾਨਤਾਂ ਪਾਉਂਦੀ ਢਾਡੀ ਕਲਾ ਦੀ ਇੱਕ ਬੜੀ ਪਿਆਰੀ ਵੰਨਗੀ, ਢਾਡੀ ਜਸਵਿੰਦਰ ਸਿੰਘ ਸ਼ਾਂਤ ਦਾ ਢਾਡੀ ਜਥਾ ਇੰਜ ਕਹਿੰਦਾ,
सुनदी होइयां सरकारां नीआं ते मोड़ियां ਕਿਹੜੀਆਂ ਤਰੱਕੀਆਂ ਸਮਝਦੇ ਹਾਕਮਾਂ ਜਵਾਨੀ ਤੇ ਕਿਸਾਨੀ ਤੁਸੀਂ ਦੋਵੇਂ ਰੋਣੀਆਂ ਕਿਹੜੀਆਂ ਤਰੱਕੀਆਂ ਸਮਝਦੇ ਹਾਕਮਾਂ जवानी ते किसानी ਤੁਸੀਂ ਦੋਵੇਂ ਰੋਣੀਆਂ हलिया तो थल कदे उतरो जमीन ते ਐਨਕਾਂ ਉਤਾਰੋ ਮਾਰੋ ਨਿਗਾਹ ਕਦੇ ਸੀਨ ਤੇ हलिया तो थल कदे उतरो जमीन ते ਐਨਕਾਂ ਉਤਾਰੋ ਮਾਰੋ ਨਿਗਾਹ ਕਦੇ ਸੀਨ ਤੇ राज उड गोलियो कबूतरो देखना सच्चाई कद अखा खोलियां ਕਿਹੜੀਆਂ ਤਰੱਕੀਆਂ ਸਮਝਦੇ ਹਾਕਮਾਂ ਜਵਾਨੀ ਤੇ ਕਿਸਾਨੀ ਤੁਸੀਂ ਦੋਵੇਂ ਰੋਣੀਆਂ ਕਿਹੜੀਆਂ ਤਰੱਕੀਆਂ ਸਮਝਦੇ ਹਾਕਮਾਂ ਜਵਾਨੀ ਤੇ ਕਿਸਾਨੀ ਤੁਸੀਂ ਦੋਵੇਂ ਰੋਣੀਆਂ लंबे लंबे भाषणों का देखो की हिसाब है ਉੱਚੀਆਂ ਸਟੇਜਾਂ ਜਦੋਂ ਦਿਸਦਾ ਪੰਜਾਬ ਹੈ लंबे लंबे भाषणों का देखो की हिसाब है ਉੱਚੀਆਂ ਸਟੇਜਾਂ ਤੋਂ ਨਾ ਦਿਸਦਾ ਪੰਜਾਬ ਹੈ चमचे जकार छड़ी जान पिछया चमचे जकार छड़ी जान पिछया ठगा दिया तलिया ते को बोलिया ਕਿਹੜੀਆਂ ਤਰੱਕੀਆਂ ਸਮਝਦੇ ਹਾਕਮਾਂ ਜਵਾਨੀ ਤੇ ਕਿਸਾਨੀ ਤੁਸੀਂ ਦੋਵੇਂ ਰੋਣੀਆਂ ਕਿਹੜੀਆਂ ਤਰੱਕੀਆਂ ਸਮਝਦੇ ਹਾਕਮਾਂ ਜਵਾਨੀ ਤੇ ਕਿਸਾਨੀ ਤੁਸੀਂ ਦੋਵੇਂ ਰੋਣੀਆਂ किसानी दे हालातां वाल जांदा कि ध्यान नहीं ਲਾਹੇ ਲਹਿਲੇ ਮੁਰਦਾ ਕਿ ਦਿਸਦਾ ਕਿਸਾਨ ਨਹੀਂ किसानी दे हालातां वाल जांदा कि ध्यान नहीं ਲਾਹੇ ਲਹਿਲੇ ਮੁਰਦਾ ਕਿ ਦਿਸਦਾ ਕਿਸਾਨ ਨਹੀਂ कर्ज दे ढोल दाता कड्डिए कल्ले हो कदन तुसान गालियां केड़ियां तरक्कियां ਸਮਝਦੇ ਹਾਕਮਾਂ ਜਵਾਨੀ ਤੇ ਕਿਸਾਨੀ ਤੁਸੀਂ ਦੋਵੇਂ ਰੋਣੀਆਂ ਕਿਹੜੀਆਂ ਤਰੱਕੀਆਂ ਸਮਝਦੇ ਹਾਕਮਾਂ ਜਵਾਨੀ ਤੇ ਕਿਸਾਨੀ ਤੁਸੀਂ ਦੋਵੇਂ ਰੋਣੀਆਂ
ਜੇ ਪੰਜਾਬ ਦਾ ਕਲੱਬ ਦਾ ਛੱਡ ਦਿਓ ਖੇੜਾ ਨਹੀਂ ਤਾਂ ਵਾਸਤਾ ਹੀ ਰੱਬ ਦਾ ਪੰਜਾਬ ਦੇ ਵਾਰਸੋ ਤੁਸਾਂ ਵੀ ਜਾਗਾਣ ਸ਼ਾਤ ਨੇ ਸਚਾਈਆਂ ਤੁਸਾਂ ਮੋਰੇ ਫੋਲੀਆਂ ਕਿਹੜੀਆਂ ਤਰੱਕੀਆਂ ਸਮੇਂ ਦੇ ਹਾਕਮਾਂ ਜਵਾਨੀ ਤੇ ਕਿਸਾਨੀ ਤੁਸਾਂ ਦੋਵੇਂ ਰੋਲੀਆਂ ਕਿਹੜੀਆਂ ਤਰੱਕੀਆਂ ਸਮੇਂ ਦੇ ਹਾਕਮਾਂ ਜਵਾਨੀ ਤੇ ਕਿਸਾਨੀ ਤੁਸਾਂ ਦੋਵੇਂ ਰੋਲੀਆਂ ਕਿਹੜੀਆਂ ਤਰੱਕੀਆਂ ਸਮੇਂ ਦੇ ਹਾਕਮਾਂ ਜਵਾਨੀ ਤੇ ਕਿਸਾਨੀ ਤੁਸਾਂ ਦੋਵੇਂ ਰੋਲੀਆਂ। ਦੇਸ਼ ਦੇ ਦੂਸਰੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਨੇ ਇੱਕ ਨਾਰਾ ਦਿੱਤਾ ਸੀ, ਜੈ ਜਵਾਨ ਜੈ ਕਿਸਾਨ। ਅਟਲ ਬਿਹਾਰੀ ਵਾਜਪਾਈ ਦੇ ਸਮੇਂ ਜਦੋਂ ਭਾਰਤ ਨੇ ਸਫਲ ਪਰਮਾਣੂ ਤਜਰਬੇ ਕੀਤੇ, ਉਹਨਾਂ ਨੇ ਨਾਲ ਇੱਕ ਗੱਲ ਹੋਰ ਜੋੜੀ ਸੀ, ਜੈ ਵਿਗਿਆਨ। ਜੈ ਜਵਾਨ ਜੈ ਕਿਸਾਨ ਤੇ ਵਾਜਪਾਈ ਨੇ ਇੱਕ ਗੱਲ ਨਾਲ ਹੋਰ ਜੋੜੀ, ਜੈ ਵਿਗਿਆਨ। ਅੱਜ ਇਹਨਾਂ ਤਿੰਨਾਂ ਹੀ ਗੱਲਾਂ ਨੂੰ ਉਲਟਾ ਗੇੜਾ ਦਿੱਤਾ ਜਾ ਰਿਹਾ ਹੈ। ਨਾ ਕੋਈ ਵਿਗਿਆਨ ਹੈ। ਜਵਾਨ ਇਹ ਪਹਿਲੀ ਵਾਰੀ ਭਾਰਤ ਦੇ ਇਤਿਹਾਸ ਵਿੱਚ ਸ਼ਾਇਦ ਹੋ ਰਿਹਾ ਹੈ ਕਿ ਸਰਹੱਦਾਂ ਉੱਤੇ ਦੇਸ਼ ਦੀ ਰਾਖੀ ਕਰ ਰਿਹਾ ਜਵਾਨ ਉਹ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਜਿਹੜਾ ਸੁਰੱਖਿਆ ਬਲਾਂ ਦੀ ਦੁਰਦਸ਼ਾ ਦੱਸਦਾ। ਤੇ ਕਿਸਾਨ ਦੀ ਗੱਲ ਤੇ ਕੋਈ ਕਹਿਣ ਵਾਲੀ ਨਹੀਂ। ਕੋਈ ਦਿਨ ਹੀ ਸ਼ਾਇਦ ਭਾਰਤ ਦੀ ਧਰਤੀ ਦਾ ਖਾਲੀ ਨਿਕਲਦਾ ਹੋਵੇ ਜਦੋਂ 2-4 ਕਿਸਾਨ ਭਰਾ ਜਾਂ ਮਜ਼ਦੂਰ ਭਰਾ ਸਾਡੇ ਫਾਹਾ ਲੈ ਕੇ ਨਹੀਂ ਮਰਦੇ। ਇਹ ਤਰੱਕੀ ਕੀਤੀ ਆ ਤੁਸੀਂ। ਤਰੱਕੀਆਂ ਜੇਕਰ ਹੋਈਆਂ ਨੇ ਤੇ ਗੁਰਮੁਖੋ ਸਿਆਸੀ ਚੋਰਾਂ ਦੀਆਂ ਹੋਈਆਂ ਨੇ, ਸਿਆਸੀ ਚੋਰਾਂ ਦੀਆਂ ਹੋਈਆਂ ਨੇ। ਦੇਸ਼ ਜੇਕਰ ਕਰਜ਼ਾਈ ਹੈ ਉਹ ਕਿਸਾਨ ਕਰਕੇ ਨਹੀਂ, ਮਜ਼ਦੂਰ ਕਰਕੇ ਨਹੀਂ, ਆਮ ਬੰਦੇ ਕਰਕੇ ਨਹੀਂ, ਇਹਨਾਂ ਦੇ ਸ਼ਾਹੀ ਐਸ਼ੋ ਇਸ਼ਰਤ ਕਰਕੇ ਹੈ। ਆ ਬਾਦਲ ਪਰਿਵਾਰ ਦੀ ਕਦੇ ਜਾਇਦਾਦ ਵੱਲ ਧਿਆਨ ਮਾਰਿਓ, ਕੈਪਟਨ ਦੀ ਜਾਇਦਾਦ ਵੱਲ ਧਿਆਨ ਮਾਰਿਓ। ਜਿੰਨੇ ਵੀ ਸ਼ਾਹੀ ਇਹ ਖਾਨਦਾਨ ਨੇ ਸਿਆਸਤ ਦੇ ਅੰਦਰ, ਉਹ ਗੰਜਾ ਜਿਹਾ ਅਮਿਤ ਮੋਦੀ ਉਹਦੇ ਮੁੰਡੇ ਦੀ ਜਾਇਦਾਦ ਵੱਲ ਕਦੇ ਧਿਆਨ ਮਾਰਿਓ। ਜੇਕਰ ਤਰੱਕੀ ਹੋਈ ਹੈ ਤੇ ਸਿਆਸੀ ਚੋਰਾਂ ਦੀ ਹੋਈ ਹੈ। ਆਮ ਬੰਦਾ ਤੇ ਆ ਵੀਰ ਗੱਲ ਕਰ ਰਿਹਾ ਸੀ ਨਾ ਬਈ ਮੇਰੇ ਚਾਚਿਆਂ ਵਰਗੇ ਤਾਇਆਂ ਵਰਗੇ ਮਜ਼ਦੂਰ ਟੀਵੀ ਦੀ ਬਿਮਾਰੀ ਨਾਲ ਮਾਰੇ ਗਏ। ਸਾਰੀ ਉਮਰ ਨੰਗੇ ਪੈਰੀਂ ਦੇਸ਼ ਲਈ ਮਿਹਨਤ ਕਰਨ ਵਾਲਾ ਮਜ਼ਦੂਰ ਤੇ ਮੇਰਾ ਕਿਸਾਨ ਜੇਕਰ ਆਖਰੀ ਸਮੇਂ ਦੇ ਅੰਦਰ ਬੇਇਲਾਜ ਮਰ ਜਾਂਦਾ ਹੈ ਤੇ ਇਹ ਕਲੰਕ ਹੈ ਸਿਆਸੀ ਚੋਰਾਂ ਦੇ ਮੱਥੇ ਉੱਤੇ। ਇਹ ਕਲੰਕ ਹੈ ਸਿਆਸੀ ਚੋਰਾਂ ਦੇ ਮੱਥੇ ਉੱਤੇ। ਤੇ ਆਓ ਵੈਸੇ ਗੁਰਮੁਖੋ ਇਹ ਕਸੂਰ ਨਾ ਦੇਸ਼ ਦਾ ਵੀ ਹੈ। ਜੇਕਰ ਆ ਵੈਸੇ ਤੇ ਆਰਐਸਐਸ ਦੇ 2 ਬਣੇ ਨੇ ਪ੍ਰਧਾਨ ਮੰਤਰੀ, ਦੋਵੇਂ ਹੀ ਛੜੇ ਨੇ। ਜੇਕਰ ਕੋਈ ਬੱਚਿਆਂ ਵਾਲਾ ਹੋਵੇ ਨਾ, ਬੱਚਿਆਂ ਵਾਲਾ ਬੈਠਾ, ਉਹਨੂੰ ਪਤਾ ਹੁੰਦਾ ਵੀ ਪਰਿਵਾਰ ਦੀ ਜ਼ਿੰਮੇਵਾਰੀ ਕੀ ਹੈ। ਅਟਲ ਬਿਹਾਰੀ ਵਾਜਪਾਈ ਉਹ ਜਮਾ ਹੀ ਛੜਾ ਸੀ ਤੇ ਆ ਜਿਹੜਾ ਹੁਣ ਫੇਕੂ ਬਿਠਾਇਆ ਇਹ ਛੜਾ ਤੇ ਨਹੀਂ ਪਰ ਛੱਡੀ ਬੈਠਾ। ਛੜਾ ਹੀ ਹੈ, ਛੱਡੀ ਬੈਠਾ। ਜਦੋਂ ਤੱਕ ਗੁਰਮੁਖੋ ਘਰ ਵਿੱਚ ਬੱਚੇ ਨਹੀਂ, ਉਹਨੂੰ ਕੀ ਪਤਾ ਗ੍ਰਸਤੀ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ, ਇੱਕ ਬੱਚਿਆਂ ਵਾਲੇ ਦੀਆਂ ਮਜਬੂਰੀਆਂ ਕੀ ਨੇ। ਇਸ ਕਰਕੇ ਜਦੋਂ ਤੱਕ ਸਾਡੇ ਤਖਤਾਂ ਤੇ ਛੜੇ ਰਹਿਣਗੇ ਨਾ, ਆਪਾਂ ਇੱਥੇ ਬਹਿਣਾ, ਰੋਡਾਂ ਤੇ ਬਹਿਣਾ। ਉਹ ਕੋਈ ਸੂਝਵਾਨ ਚੁਣਿਆ ਕਰੀਏ। ਦੇਸ਼ ਦੀ ਹਿੰਦੂ ਕਮਿਊਨਿਟੀ, ਸਤਿਕਾਰਯੋਗ ਹਿੰਦੂ ਭਰਾਵਾਂ ਨੂੰ ਇਹਨਾਂ ਨੇ ਰੋਂਗ ਗਾਈਡ ਕਰ ਦਿੱਤਾ ਹੈ। ਉਹਨਾਂ ਨੂੰ ਮੰਦਰਾਂ ਤੋਂ ਤੇ ਗਾਵਾਂ ਤੋਂ ਬਿਨਾਂ ਦਿਖਦਾ ਹੀ ਕੁਝ ਨਹੀਂ। ਜਿਹੜੇ ਦੇਸ਼ ਦੀ ਜਨਤਾ, ਧਿਆਨ ਦਿਓ, ਸਰਕਾਰਾਂ ਕੋਲੋਂ ਮੰਦਰ ਭਾਲਦੀ ਹੈ, ਗੁਰਦੁਆਰੇ ਭਾਲਦੀ ਹੈ, ਗਾਵਾਂ ਦੀ ਸੁਰੱਖਿਆ ਭਾਲਦੀ ਹੈ, ਮਾਫ ਕਰਿਓ ਜੀ, ਉਹ ਦੇਸ਼ ਦੀ ਸਭ ਤੋਂ ਮੈਂ ਮੂਰਖ ਜਨਤਾ ਕਹਾਂਗਾ। ਸਰਕਾਰਾਂ ਦੀ ਡਿਊਟੀ ਮੰਦਰ ਨਹੀਂ, ਗੁਰਦੁਆਰੇ ਵੀ ਮੈਂ ਕਹਿ ਰਿਹਾ, ਗੁਰਦੁਆਰੇ ਨਹੀਂ, ਮਸੀਤਾਂ ਨਹੀਂ, ਚਰਚਾ ਨਹੀਂ। ਸਰਕਾਰਾਂ ਦੀ ਡਿਊਟੀ ਦੇਸ਼ ਦੀ ਤਰੱਕੀ ਹੈ। ਜਿਹੜੇ ਧਰਮ ਦੇ ਧਰਮ ਸਥਾਨ ਨੇ ਉਹਨਾਂ ਲੋਕ ਆਪ ਬਣਾਉਣ। ਸਰਕਾਰਾਂ ਮੋਦੀ, ਤੇਰੀ ਸਰਕਾਰ ਮੰਦਰ ਬਣਾਉਣ ਲਈ ਨਹੀਂ, ਤੇਰੀ ਸਰਕਾਰ ਦੇਸ਼ ਦੀ ਤਰੱਕੀ ਵਾਸਤੇ ਚੁਣੀ ਸੀ ਲੋਕਾਂ ਨੇ, ਬਦਲਾਅ ਤਰੱਕੀ ਵਾਸਤੇ ਕੀਤਾ ਸੀ। ਸੋ ਆਓ ਆ ਸਾਕਾ ਕਹਿਣ ਲੱਗੇ ਆ ਜੀ ਢਾਡੀ ਕਲਾ ਦਾ, ਧਿਆਨ ਨਾਲ ਸੁਣਿਓ। ਇੱਕ ਵਾਰ ਤੁਹਾਨੂੰ ਸੁਣਾਉਣੀ ਸੀ ਪਰ ਜੇ ਸਮਾਂ ਹੋਇਆ, ਵੀਰਾਂ ਦਾ ਹੁਕਮ ਹੋਇਆ, ਸੁਣਾਵਾਂਗੇ। ਉਹਦੇ ਤੋਂ ਪਹਿਲਾਂ ਆ ਸਾਕਾ ਸੁਣਿਓ। ਅਸੀਂ ਜਲੰਧਰ ਤੋਂ ਗੱਡੀ 'ਚ ਬੈਠੇ ਹੀ ਆ 2-3 ਚੀਜ਼ਾਂ ਲਿਖੀਆਂ ਨੇ। ਆ ਸਾਕਾ ਵੀ ਨੇੜੇ ਆ ਕੇ ਲਿਖਿਆ। ਬੜੇ ਧਿਆਨ ਨਾਲ ਸੁਣਿਓ ਵੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਫੇਕੂ ਨੇ ਕੀਤਾ ਕੀ ਹੈ। ਹਰ ਮਹੀਨੇ ਲਾਲ ਕਿਲੇ ਤੋਂ ਝੂਠ ਬੋਲਦਾ ਹੈ ਤੇ ਇੱਧਰ ਆ ਦੇਖੋ ਜੀ, ਮੈਂ ਇੱਕ ਗਿਰਗਟ ਪਰਿਵਾਰ ਦੀ ਗੱਲ ਵੀ ਇੱਥੇ ਕਹਿਣੀ ਚਾਹੁੰਦਾ। ਪੰਜਾਬ ਦੀ ਧਰਤੀ ਤੇ ਆਰਐਸਐਸ ਦੇ ਕਦੇ ਵੀ ਪੈਰ ਨਾ ਲੱਗਦੇ ਜੇਕਰ ਬਾਦਲ ਪਰਿਵਾਰ ਕੁਰਸੀ ਦੀ ਭੁੱਖ ਮਿਟਾਉਣ ਵਾਸਤੇ ਬੀਜੇਪੀ ਨਾਲ ਗੱਠ ਜੋੜਨਾ ਕਰਦਾ। ਕਦੇ ਬੀਜੇਪੀ ਨੂੰ 3 ਸੀਟਾਂ ਮਿਲਦੀਆਂ ਸਨ, 3 ਹੀ ਹਾਰਦੀ ਹੈ।
ਅੱਜ 23 ਸੀਟਾਂ ਬਾਦਲ ਦਿੰਦੇ ਨੇ ਤੇ 19 ਜਿੱਤਦੀ ਹੈ। ਇਹ ਨਕਲੀ ਜਥੇਦਾਰਾਂ ਦੀ ਵਜ੍ਹਾ ਨਾਲ ਹੈ, ਨਕਲੀ ਅਕਾਲੀਆਂ ਦੀ ਵਜ੍ਹਾ ਨਾਲ ਹੈ। ਇਹ ਬੀਜੇਪੀ ਨੂੰ ਤੇ ਪੰਜਾਬ ਦੇ ਅੰਦਰ ਆਰਐਸ ਸੰਘ ਪਰਿਵਾਰ ਨੂੰ ਕਾਮਯਾਬ ਕਰਨ ਦਾ ਪਾਪ ਬਾਦਲ ਪਰਿਵਾਰ ਨੇ ਕੀਤਾ, ਬਾਦਲ ਦਲ ਨੇ ਕੀਤਾ। ਆਓ ਹੁਣ ਜਦੋਂ ਕਿਸਾਨ ਜਦੋਂ ਨਹੀਂ ਸੀ ਨਾ ਸੜਕਾਂ ਤੇ ਆਇਆ, ਮਜ਼ਦੂਰ ਨਹੀਂ ਸੀ ਸੜਕਾਂ ਤੇ ਆਇਆ, ਵੱਡੇ ਬਾਦਲ ਅਲੱਗ ਸਿਫਤਾਂ ਕਰਦੇ ਨੇ ਮੋਦੀ ਦੀਆਂ ਤੇ ਬਿੱਲਾਂ ਦੀਆਂ, ਸੁਖਬੀਰ ਬਾਦਲ ਅਲੱਗ ਸਿਫਤਾਂ ਕਰ ਰਿਹਾ ਮੋਦੀ ਦੀਆਂ ਤੇ ਬਿੱਲਾਂ ਦੀਆਂ, ਤੇ ਆ ਨੰਨੀ ਸ਼ਾਹ ਉਹਨੇ ਤੇ ਉਦਣ ਦੀ ਪਤਾ ਨਹੀਂ ਵੀ ਰੋਟੀ ਵੀ ਟਾਈਮ ਨਾਲ ਖਾਧੀ ਕਿ ਨਹੀਂ, ਲਗਾਤਾਰ ਮੋਦੀ ਦੀਆਂ ਸਿਫਤਾਂ, ਬਿੱਲਾਂ ਦੀਆਂ ਸਿਫਤਾਂ। ਜਦੋਂ ਪੰਜਾਬ ਦਾ ਕਿਸਾਨ ਤੇ ਮਜ਼ਦੂਰ ਸੜਕਾਂ ਤੇ ਆ ਗਿਆ, ਗਿਰਗਟਾਂ ਵਾਂਗੂ ਰੰਗ ਬਦਲੇ ਤੇ ਫਿਰ ਉਲਟ ਬੋਲਣ ਲੱਗ ਪਏ, ਅਸੀਂ ਅਸਤੀਫੇ ਦਿੰਨੇ ਆ ਜੀ। ਬਲਵੰਤ ਸਿੰਘ ਰਾਮੂਵਾਲੀਆ ਨੇ ਹਰਸਿਮਰਤ ਬਾਦਲ ਦੇ ਅਸਤੀਫੇ ਉੱਤੇ ਬੜੀ ਭਾਵਪੂਰਤ ਟਿੱਪਣੀ ਕੀਤੀ, ਕਹਿੰਦਾ ਵੀ ਇਹ ਚੀਚੀ ਨਾਲ ਨੂੰ ਲਹੂ ਲਾ ਕੇ ਸ਼ਹੀਦ ਬਣਨ ਦਾ ਯਤਨ ਕਰ ਰਹੇ ਆ। ਅਸਤੀਫਾ ਕਾਹਦਾ ਦਿੱਤਾ, ਤੁਹਾਡੇ ਕੋਲ ਹੈ ਕੀ ਸੀ ਅਸਤੀਫਾ ਦੇਣ ਲਈ? ਇੱਕ ਸਾਗ ਵਾਲੀ ਤੌੜੀ ਮੋਦੀ ਨੇ ਤੁਹਾਨੂੰ ਦਿੱਤੀ ਸੀ, ਉਹੀ ਤੁਸੀਂ ਵਾਪਸ ਕਰਤੀ। ਫੂਡ ਪ੍ਰੋਸੈਸਿੰਗ ਡਿਪਾਰਟਮੈਂਟ, ਇਹ ਕਿੱਡਾ ਕੁ ਤੁਹਾਨੂੰ ਖਜ਼ਾਨਾ ਮੰਤਰੀ ਲਾਇਆ ਸੀ ਮੋਦੀ ਨੇ, ਬਈ ਤੁਸੀਂ ਅਸਤੀਫਾ ਦੇ ਦਿੱਤਾ। ਇਹ ਸੋਸ਼ਲ ਮੀਡੀਆ ਉੱਤੇ ਹੀਰੋ ਬਣ ਰਿਹਾ ਬਾਦਲ ਪਰਿਵਾਰ ਬਿੱਲਾਂ ਦੇ ਪਾਸ ਹੋਣ ਤੱਕ ਮੋਦੀ ਦੇ ਨਾਲ ਸੀ, ਧਿਆਨ ਦਿਓ, ਮੋਦੀ ਦੀ ਸਪੋਰਟ ਕਰ ਰਿਹਾ ਸੀ। ਸੋ ਆਓ, ਸਮਾਂ ਨਹੀਂ, ਬੜੇ ਪਿਆਰ ਨਾਲ ਸੁਣਿਓ, ਮੋਦੀ ਨੇ ਪ੍ਰਧਾਨ ਮੰਤਰੀ ਬਣ ਕੇ ਕਿਹੜੇ ਗੁੱਲ ਖਿਲਾਏ ਨੇ, ਕਿਹੜੇ ਚੰਦ ਚੜਾਏ ਨੇ, ਕਿਵੇਂ ਅਡਾਨੀਆਂ ਤੇ ਅੰਬਾਨੀਆਂ ਦੇ ਕੋਲ ਦੇਸ਼ ਨੂੰ ਵੇਚਿਆ। ਢਾਡੀ ਜੱਥਾ ਸਾਕੇ ਵਿੱਚ ਉਹ ਸਾਰਾ ਸੀਨ ਇੰਜ ਕਹਿੰਦਾ। ਦੇਸ਼ ਦਾ ਤੂੰ ਦੇਸ਼ ਗਦਾਰਾ, ਬਣ ਕੇ ਹਾਕਮ ਦੇਸ਼ ਦਾ ਤੂੰ ਦੇਸ਼ ਗਦਾਰਾ, ਹਾਂ ਬਣ ਕੇ
ਆਓ ਹਾਜ਼ਰੀਨ, ਇਸ ਤੋਂ ਅੱਗੇ ਜਾਣ ਦਾ ਸਮਾਂ ਨਹੀਂ ਹੈ। ਸਮੇਂ ਦੀ ਆਪਣੀ ਸੀਮਾ ਹੈ, ਆਪਣੀ ਮਜਬੂਰੀ ਹੈ। ਬਹੁਤ ਸਾਰੇ ਸਤਿਕਾਰਯੋਗ ਆਗੂ ਸਾਹਿਬਾਨ ਹਰ ਰੋਜ਼ ਹੀ ਹਾਜ਼ਰੀ ਭਰਦੇ ਆ, ਉਹਨਾਂ ਨੇ ਵੀ ਵਿਚਾਰਾਂ ਰਾਹੀਂ ਆਪ ਜੀ ਦੇ ਰੂਬਰੂ ਹੋਣਾ ਹੈ। ਇਸ ਕਰਕੇ ਇੰਨੀ ਕੁ ਸੇਵਾ ਢਾਡੀ ਜਥੇ ਦੀ ਕਬੂਲਿਓ। ਸਾਡੇ ਸਤਿਕਾਰਯੋਗ ਵੀਰ ਦੀਪ ਸਿੱਧੂ ਜੀ, ਹਰਪ੍ਰੀਤ ਸਿੰਘ ਦੇਵਗਨ ਜੀ, ਐਡਵੋਕੇਟ ਹਾਕਮ ਸਿੰਘ ਜੀ, ਅਜੇਪਾਲ ਸਿੰਘ ਬਰਾੜ ਜੀ, ਭਾਈ ਜੋਗਾ ਸਿੰਘ ਚੱਪੜ ਜੀ ਆਦਿਕ ਜਿੰਨੇ ਵੀ ਵੱਡੇ ਛੋਟੇ ਭਰਾ ਸੇਵਾ ਨਿਭਾ ਰਹੇ ਆ, ਆਗੂ ਸਾਹਿਬਾਨ ਸੇਵਾ ਨਿਭਾ ਰਹੇ ਆ। ਅਕਾਲ ਪੁਰਖ ਵਾਹਿਗੁਰੂ ਰਹਿਮਤ ਕਰੇ, ਇਹ ਮੋਰਚੇ ਨੂੰ ਫਤਿਹ ਅਕਾਲ ਪੁਰਖ ਵਾਹਿਗੁਰੂ ਫਰਮਾਵੇ ਤੇ ਆਪਾਂ ਇਹ ਡਿਕਟੇਟਰਾਂ ਦੀ ਜਿਹੜੀ ਜੁੰਡਲੀ ਹੈ ਇਹਨਾਂ ਨੂੰ ਝੁਕਾਉਣ ਵਿੱਚ ਤੇ ਇਹ ਜਿਹੜੇ ਕਾਲੇ ਕਾਨੂੰਨ ਨੇ ਇਹਨਾਂ ਨੂੰ ਵਾਪਸ ਕਰਾਉਣ ਵਿੱਚ ਸਫਲ ਹੋ ਸਕੀਏ। ਅਮਰੀਕਾ ਤੋਂ ਮੇਰੇ ਵੀਰ ਭਾਈ ਰਸ਼ਪਾਲ ਸਿੰਘ ਉਹਨਾਂ ਉਹੀ ਹੁਕਮ ਸਾਰਾ ਕਰ ਰਹੇ ਆ ਢਾਡੀ ਜਥਿਆਂ ਨੂੰ, ਰੋਜ਼ ਸੇਵਾ ਜਿੰਨੇ ਵੀ ਜਥੇ ਆ ਕੇ ਇੱਥੇ ਭਰਦੇ ਆ। ਭਾਈ ਰਸ਼ਪਾਲ ਸਿੰਘ ਜੀ ਖਾਲਸਾ USA ਤੋਂ ਅਸੀਂ ਉਹਨਾਂ ਦੇ ਵੀ ਮਸ਼ਕੂਰ ਹਾਂ। ਉਹਨਾਂ ਨੇ ਇਹਨਾਂ ਵੀਰਾਂ ਨਾਲ ਇਹ ਸੈਟਿੰਗ ਕਰਕੇ ਤੇ ਦਾਸਾਂ ਨੂੰ ਵੀ ਤੁਹਾਡੇ ਦਰਸ਼ਨ ਕਰਵਾਏ ਆ। ਆਓ ਗੁਰਮੁਖੋ, ਇਹ ਪੰਜਾਬ ਦੀ ਧਰਤੀ ਹੈ ਤੇ ਇੱਥੇ ਦੇ ਜੰਮਿਆਂ ਨੂੰ ਤੇ ਨਿਤ ਮੁਹਿੰਮਾਂ ਨੇ। ਅਸੀਂ ਹਮੇਸ਼ਾ ਹੀ ਸੰਘਰਸ਼, ਸਾਡਾ ਜਨਮ ਹੀ ਸੰਘਰਸ਼ ਵਿੱਚ ਹੁੰਦਾ ਤੇ ਅਸੀਂ ਮਰਦੇ ਵੀ ਸੰਘਰਸ਼ ਵਿੱਚ ਹੀ ਹਾਂ। ਜਦੋਂ ਜਦੋਂ ਵੀ ਇਹ ਮੋਦੀ ਵਰਗੇ ਇੱਥੇ ਆਏ ਨੇ ਤੇ ਪੰਜਾਬੀਆਂ ਨੇ ਇਹਨਾਂ ਨੂੰ ਭਜਾਇਆ। ਅੱਜ ਇੱਕ ਵਾਰੀ ਫੇਰ ਇਹਨਾਂ ਦੀਆਂ ਕਾਲੀਆਂ ਨਜ਼ਰਾਂ ਇਹ ਸਾਡੀ ਪਵਿੱਤਰ ਸਰਜ਼ਮੀਨ ਉੱਤੇ ਪੈਣ ਨੂੰ ਫਿਰਦੀਆਂ ਨੇ ਤੇ ਕਵੀ ਨੇ ਕਿਹਾ ਸੀ, ਇੱਕ ਵਾਰ ਫਿਰ ਝਾਕਣ ਲੱਗੀਆਂ ਆ ਪੰਜਾਬ ਮੇਰੇ ਵੱਲ ਗਹਿਰੀਆਂ ਅੱਖਾਂ। ਉਂਝ ਤਾਂ ਐਡੀ ਗੱਲ ਨਹੀਂ ਕੋਈ, ਪੰਜਾਬ ਮੇਰੇ ਨੂੰ ਰੱਬ ਦੀਆਂ ਰੱਖਾਂ, ਦੰਦਾਂ ਨਾਲ ਕੋਈ ਚੱਬ ਜਾਊਗਾ। ਇਹਨੇ ਵੀ ਨਹੀਂ ਸੋਲ ਮਖਾਣੇ, ਵੈਰੀ ਨਾਲ ਸਲੂਕ ਕੀ ਕਰਨਾ, ਇਹ ਨਾ ਸਾਡਾ ਵੈਰੀ ਜਾਣੇ। ਪਰ ਸਾਡੀ ਆਜ਼ਾਦੀ ਤਾਂ ਹੀ ਜੇ ਸਾਡੀ ਕਮਜ਼ੋਰੀ ਜਾਣੇ, ਸਾਡੀ ਅਮਨ ਦੀ ਨੀਤੀ ਤਾਂ ਹੀ ਜੇ ਕੋਈ ਮੂਰਖ ਮੁੱਕੇ ਤਾਣੇ, ਸਾਡੀ ਅਮਨ ਦੀ ਨੀਤੀ ਤਾਂ ਹੀ ਜੇ ਕੋਈ ਮੂਰਖ ਮੁੱਕੇ ਤਾਣੇ। ਤਾਂ ਉਹ ਕੰਨ ਖੋਲ ਕੇ ਸੁਣ ਲੈ ਕਿ ਛੀਣੀਆਂ ਦੇ ਦੁੱਧ ਕਿਸੇ ਨੇ ਚੁੰਗੇ, ਉਹ ਨਹੀਂ ਮਾਨੇ ਅਜੇ ਜੰਮਿਆ ਜਿਹੜਾ ਸਾਡੀ ਗੈਰਤ ਲੁੰਗੇ। ਆ ਸ਼ੇਰਾਂ ਦੇ ਵਗ ਸ਼ਾਂਤ ਖਲੋਤੇ, ਜਿਹਦਾ ਜੀ ਚਾਹੇ ਅਜਮਾਏ, ਫੇਰ ਵੀ ਕਿਸੇ ਜ਼ਰੂਰੀ ਆਉਣਾ ਤੇ ਖੱਫਣ ਦਾ ਭਾਅ ਪੁੱਛ ਕੇ ਆਏ। ਇੱਥੇ ਤੇ ਜੰਮਿਆਂ ਨੇ ਅਬਦਾਲੀ ਪਰਿਵਾਰ ਨੂੰ ਬੰਦ ਕਰ ਦਿੱਤਾ, ਦਰਾਏ ਖੈਬਰ ਬੰਦ ਕਰਕੇ। ਤੇ ਆ ਗੰਜੇ ਮੰਜੇ ਦੇ ਦਿੱਲੀ ਵਾਲੇ ਕੀ ਚੀਜ਼ ਨੇ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਫਤਿਹ ਅਤਾ ਕਰੇ ਇਸ ਮੋਰਚੇ ਨੂੰ, ਸਮੁੱਚੇ ਪੰਜਾਬ ਦੀ ਜਵਾਨੀ ਨੂੰ, ਕਿਸਾਨੀ ਨੂੰ, ਮਜ਼ਦੂਰਾਂ ਨੂੰ। ਜਿੱਥੇ ਜਿੱਥੇ ਵੀ ਮੋਰਚੇ ਲੱਗੇ ਨੇ ਸਾਰੇ ਡਟੇ ਹੋਏ ਨੇ। ਏਕਤਾ ਬਣਾ ਕੇ ਰੱਖਿਓ, ਏਕਤਾ ਦੇ ਮੂਹਰੇ ਕੋਈ ਵੀ ਤਾਕਤ ਅੜਦੀ ਨਹੀਂ। ਜਿੰਨੇ ਵੀ ਆਗੂ ਸਾਹਿਬਾਨ ਆਉਂਦੇ ਆ ਸਾਰਿਆਂ ਦਾ ਮਸ਼ਕੂਰ ਹਾਂ। ਬਾਣੀ ਗੁਰਬਾਣੀ ਚੈਨਲ ਤੋਂ ਇਹ ਵੀਰ ਸਾਡੇ ਲਗਾਤਾਰ ਸੇਵਾ ਨਿਭਾ ਰਹੇ ਆ। ਲਗਾਤਾਰ ਸ਼ੰਭੂ ਮੋਰਚੇ ਦੀ ਜਿਹੜੀ ਵਿਚਾਰਧਾਰਾ ਹੈ, ਇੱਥੇ ਜੋ ਵੀ ਗੱਲਬਾਤ ਹੁੰਦੀ ਹੈ ਦੁਨੀਆ ਦੇ ਅੰਦਰ ਉਹ ਨਸ਼ਰ ਕਰਦੇ ਆ। ਉਹਨਾਂ ਦਾ ਵੀ ਧੰਨਵਾਦ। ਪੁਲਿਸ ਪ੍ਰਸ਼ਾਸਨ ਬੜੀ ਸਤਰਕਤਾ ਦੇ ਨਾਲ ਇੱਥੇ ਅਨੁਸ਼ਾਸਨ ਬਣਿਆ ਰਹੇ, ਡਿਸਪਲਿਨ ਬਣਿਆ ਰਹੇ। ਉਹ ਵੀ ਮੁਲਾਜ਼ਮ ਭਰਾ ਸਾਡੇ ਡਿਊਟੀ ਨਿਭਾ ਰਹੇ ਆ। ਲੰਗਰ ਦੀ ਸੇਵਾ ਕਰਨ ਵਾਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗਲਤੀਆਂ ਭੁੱਲਾਂ ਦੀ ਖਿਮਾ ਜੀ। ਦਾਸ ਢਾਡੀ ਜਸਵਿੰਦਰ ਸਿੰਘ ਸ਼ਾਂਤ ਨਿਊਜ਼ੀਲੈਂਡ ਤੋਂ ਡਬਲ 골ਡ ਮੈਡਲਿਸਟ ਜਥਾ ਹੈ ਜੀ ਇਹ ਦਾਸਾਂ ਦਾ। ਮੇਰੇ ਨਾਲ ਦੇ ਸਾਥੀ ਇਹ ਭਾਈ ਰਣਜੀਤ ਸਿੰਘ ਕੋਹੇਨੂਰ, ਦੂਜੇ ਢਾਡੀ ਸਾਥੀ ਭਾਈ ਜਸਪਾਲ ਸਿੰਘ ਰਸੀਆ ਤੇ ਸਰੰਗੀ ਮਾਸਟਰ ਭਾਈ ਗੁਰਜਿੰਦਰ ਸਿੰਘ ਸੰਮੀ। ਇਸ ਤਰ੍ਹਾਂ ਆਪ ਜੀ ਦੇ ਦਰਸ਼ਨ ਕਰ ਰਹੇ ਸਾਂ। ਇੱਕ ਵਾਰੀ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।